एक महीने ਦੇ ਵਿੱਚ ਤੁਸੀਂ ਕਿਸਾਨ ਯੂਨੀਅਨਾਂ ਵੱਖ-ਵੱਖ ਯੂਨੀਅਨਾਂ ਜਿਹੜੀਆਂ ਨੇ ਸੰਗਠਨ ਨੇ ਉਹਨਾਂ ਨੂੰ ਤੁਸੀਂ ਭਰੋਸੇ 'ਚ ਲੈ ਸਕਦੇ ਸੀਗੇ ਉਹਨਾਂ ਨੂੰ ਤੁਸੀਂ ਬਿੱਲਾਂ ਦੇ ਬਾਰੇ 'ਚ ਜਿਹੜਾ ਵੀ ਫਾਇਦੇਮੰਦ ਹੈ ਉਸ ਨੂੰ ਸਮਝਾਇਆ ਜਾ ਸਕਦਾ ਸੀਗਾ ਲੇਕਿਨ ਤੁਸੀਂ ਬਹੁਮਤ ਦੇ ਆંકੜੇ ਦਾ ਗਰੂਰ ਪਾਲਦੇ ਹੋਏ ਉਹਦਾ ਕਮੰਡ ਪਾਲਦੇ ਹੋਏ ਤੁਸੀਂ ਬਿੱਲ ਪਾਸ ਕਰਤਾ ਜੇ ਤੁਹਾਡਾ ਗਰੂਰ ਇਨਾ ਜ਼ਿਆਦਾ ਸੀਗਾ ਜਦੋਂ ਕਿਸਾਨ ਅੰਦੋਲਨ ਦੇ ਰਸਤੇ ਤੇ ਆ ਗਿਆ ਜਿਹੜਾ ਸਾਡਾ ਅੰਨਦਾਤਾ ਸੜਕਾਂ ਦੇ ਉੱਤੇ ਆ ਕੇ ਅੰਦੋਲਨ ਕਰ ਰਿਹਾ ਉਦੋਂ ਵੀ ਭਾਰਤੀ ਜਨਤਾ ਪਾਰਟੀ ਨੂੰ ਕੀ ਜ਼ਰੂਰਤ ਪੈ ਗਈ ਕਮੇਟੀ ਬਣਾਉਣ ਦੇ ਲਈ ਤੁਹਾਡੇ ਕੋਲ ਬਹੁਮਤ ਸੀਗਾ ਤਾਂ ਤੁਸੀਂ ਪਹਿਲਾਂ ਬਿੱਲ ਪਾਸ ਕਰ ਦੋਗੇ ਥੋਪ ਦੋਗੇ ਔਰ ਉਸ ਤੋਂ ਬਾਅਦ ਫਾਇਦੇ ਸਮਝਾਓਗੇ ਪਹਿਲਾਂ ਤੁਸੀਂ ਫਾਇਦੇ ਕਿਉਂ ਨਹੀਂ ਸਮਝਾਏ ਪਹਿਲਾਂ ਕਿਸਾਨਾਂ ਨੂੰ ਭਰੋਸੇ 'ਚ ਕਿਉਂ ਨਹੀਂ ਲਿਆ उन्होंने एक लैटर दे के कैंसिल कराना तो एक राष्ट्रपति साइन किए हों तो गवर्नर कैंसिल कर दूंगा। अंदोलन रूपरेखा राजनीतिक रूपरेखा ये किसान भी बेहतर समझते हैं और पंजाब के लोग भी बेहतर समझते ਮੈਨੂੰ ਆ ਦੱਸੋ ਕਿ ਟਰੱਕਾਂ ਦੇ ਉੱਤੇ ਬਹਿ ਕੇ ਉਧਰ ਕੂਚ ਕਰ ਲਿਓ ਕਿੱਦਾਂ ਸਮਰਥਨ ਹੋ ਗਿਆ ਬੰਦ ਕਮਰੇ ਤੇ ਕਿਸਾਨਾਂ ਦਾ ਸਮਰਥਨ ਕਿੱਦਾਂ ਹੋ ਗਿਆ ਜਿਹੜਾ ਅੰਦੋਲਨ ਚੱਲ ਰਿਹਾ ਉਹ ਚ ਖਾਲਿਸਤਾਨੀ ਪੱਖੀਆਂ ਨੇ ਵੀ ਘੁਸਪੈਠ ਕੀਤਾ ਹੋਇਆ ਉਹਨਾਂ ਨੇ ਵੀ ਆਪਣੇ ਨਾਰੇ ਲਾਏ ਆ ਉਹਨਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਾਏ ਆ ਤੇ ਅਜਿਹੀ ਤਾਕਤਾਂ ਦੇ ਵਿੱਚ ਅਸੀਂ ਜਾ ਕੇ ਅਗਰ ਖੜੇ ਹੁੰਦੇ ਆ ਕਿ ਟਕਰਾਅ ਦੀ ਸੰਭਾਵਨਾ ਹੁੰਦੀ ਹੈ ਇੱਕ ਪੋਜ਼ਿਟਿਵਿਟੀ ਖਤਮ ਹੋ ਜਾਂਦੀ ਹੈ ਰੋਜ਼ਾਨਾ ਸਪੋਕਸਮੈਨ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਤੁਹਾਨੂੰ ਦੱਸ ਦਈਏ ਲੁਧਿਆਣਾ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਜਿਹੜੇ ਆਰਡੀਨੈਂਸ ਜਿਹੜੇ ਪਾਸ ਕੀਤੇ ਗਏ ਸੀ ਉਹਦੇ ਚੱਲਦੇ ਹੋਏ ਕਾਫੀ ਜਿਹੜੀ ਸੰਸਥਾਵਾਂ ਹੈਗੀਆਂ ਲੁਧਿਆਣਾ ਸ਼ਹਿਰ ਦੀ ਗੱਲ ਕਰ ਲਈਏ ਜਾਂ ਪਟਿਆਲਾ ਸ਼ਹਿਰ ਦੀ ਗੱਲ ਕਰ ਲਈਏ ਪੂਰੇ ਪੰਜਾਬ ਦੀ ਗੱਲ ਕਰ ਲਈਏ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਆਉਣੀਆਂ ਸ਼ੁਰੂ ਹੋ ਚੁੱਕੀਆਂ ਹੋਈਆਂ ਨੇ ਲੇਕਿਨ ਅਸੀਂ ਸ਼ਿਵ ਸੈਨਾ ਦੀ ਗੱਲ ਕਰਾਂਗੇ ਸ਼ਿਵ ਸੈਨਾ हिंदुस्तान की गल करिए शिवसेना हिंदुस्तान के प्रमुख जोड़े है पवन गुप्ता जी साडे नाल लुधियाना इस वे पहुंचे ने प्रेस वार्ता लिए पहुंचे ने पवन जी पहले तो स्पोक्समैन टीवी तुहाडा बहुत बहुत स्वागत है जी बहुत मेहरबानी स्पोक्समैन का भी बहुत धन्यवाद पवन जी मोदी सरकार ने जिहड़े तुलगी फरमान जिहड़े सुनाते सीगे किसान ऑर्ਡੀਨੈਂਸ जिहड़े हैगे ने ਤੇ ਉਹਨਾਂ ਬਾਰੇ ਕੀ ਕਹੋਗੇ ਕਿ ਸ਼ਿਵ ਸੈਨਾ ਹਿੰਦੁਸਤਾਨ ਜਿਹੜੀ ਹੈਗੀ ਹੈ ਹਜੇ ਤੱਕ ਉਹ ਪਹੁੰਚੀ ਕਾਦੇ ਨਹੀਂ ਕਿਸਾਨ ਜਥੇਬੰਦੀਆਂ ਦੇ ਕੋਲ ਜਿੱਦਾਂ ਲਾਡੋਵਾਲ ਦੀ ਗੱਲ ਕਰ ਲਈਏ ਸ਼ੰਭੂ ਬਾਰਡਰ ਦੀ ਗੱਲ ਕਰ ਲਈਏ ਜਾਂ ਰਿਲਾਇੰਸ ਦੇ ਪੈਟਰੋਲ ਪੰਪਾਂ ਦੇ ਬਾਹਰ ਧਰਨੇ ਲਾ ਕੇ ਬੈਠੇ ਹੋਏ ਨੇ ਕਿਸਾਨ ਜਥੇਬੰਦੀਆਂ ਉਹਨਾਂ ਦਾ ਕਿਉਂ ਨਹੀਂ ਕੂਚ ਕਰ ਰਹੀ ਕਿਉਂ ਨਹੀਂ ਪਹੁੰਚ ਰਹੀ ਕਿਉਂ ਨਹੀਂ ਉਹਨਾਂ ਦਾ ਸਾਹ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿਉਂਕਿ ਗੱਲ ਕੀਤੀ ਜਾਵੇ ਜਿਹੜੀ ਸੰਸਥਾਵਾਂ ਜਿਹੜੀਆਂ 37 ਤੋਂ 38 ਸੰਸਥਾਵਾਂ ਜਿਹੜੀਆਂ ਸ਼ਿਵ ਸੈਨਾ ਦੇ ਨਾਮ ਦੇ ਚਲਦੀਆਂ ਪਈਆਂ ਨੇ ਐਕਟਿਵ ਜਿਹੜੀਆਂ ਹੈਗੀਆਂ ਨੇ ਉਹ ਉਹਨਾਂ ਚੋਂ ਕੋਈ ਵੀ ਸੰਸਥਾ ਤੱਕ ਨਹੀਂ ਪਹੁੰਚੀ देखो 37 तो 38 जी शिवसेना चल रही है उन्होंने बारे असं कुछ नहीं कह सकते लेकिन शिवसेना हिंदुस्तान जिस दिन बिल पास होया उस दिन ही ये गल स्पष्ट कर दी सी भी भारतीय जनता पार्टी ने लोक सभा और राज्य सभा च बहुमत प्राप्त है ये बिल कदे भी पास किया जा सकता सीगा शिवसेना हिंदुस्तान कह रही है भी जब तुसी कह रहे हो कि बिल किसान हितैषी है तो भारतीय जनता पार्टी ਨੂੰ ਇੰਨੀ ਕੀ ਕਾਲੀ ਸੀਗੀ ਕਿ ਇਹਨੂੰ ਪਾਸ ਕਰਨ ਲਈ ਤੁਸੀਂ ਇੱਕ ਮਹੀਨਾ ਵੀ ਨਹੀਂ ਠਹਿਰ ਸਕਦੇ ਸੀਗੇ ਇੱਕ ਮਹੀਨੇ ਦੇ ਵਿੱਚ ਤੁਸੀਂ ਕਿਸਾਨ ਯੂਨੀਅਨਾਂ ਵੱਖ-ਵੱਖ ਯੂਨੀਅਨਾਂ ਜਿਹੜੀਆਂ ਨੇ ਸੰਗਠਨ ਨੇ ਉਹਨਾਂ ਨੂੰ ਤੁਸੀਂ ਭਰੋਸੇ 'ਚ ਲੈ ਸਕਦੇ ਸੀਗੇ ਉਹਨਾਂ ਨੂੰ ਤੁਸੀਂ ਬਿੱਲਾਂ ਦੇ ਬਾਰੇ 'ਚ ਜਿਹੜਾ ਵੀ ਫਾਇਦੇਮੰਦ ਹੈ ਉਸ ਨੂੰ ਸਮਝਾਇਆ ਜਾ ਸਕਦਾ ਸੀਗਾ ਲੇਕਿਨ ਤੁਸੀਂ ਬਹੁਮਤ ਦੇ ਆંકੜੇ ਦਾ ਗਰੂਰ ਪਾਲਦੇ ਹੋਏ ਉਹਦਾ ਕਮੰਡ ਪਾਲਦੇ ਹੋਏ ਤੁਸੀਂ ਬਿੱਲ ਪਾਸ ਕਰਤਾ ਕਿ ਅਸੀਂ ਪਾਸ ਕਰਤਾ ਇਸ ਦੇ ਵਿੱਚ ਕੋਈ ਤਰਮੀਮ ਨਹੀਂ ਹੋਏਗੀ ਹੁਣ ਫਿਰ ਅਗਰ ਜੇ ਤੁਹਾਡਾ ਗਰੂਰ ਇਨਾ ਜ਼ਿਆਦਾ ਸੀਗਾ ਜਦੋਂ ਕਿਸਾਨ ਅੰਦੋਲਨ ਦੇ ਰਸਤੇ ਤੇ ਆ ਗਿਆ ਜਿਹੜਾ ਸਾਡਾ ਅੰਨਦਾਤਾ ਸੜਕਾਂ ਦੇ ਉੱਤੇ ਆ ਕੇ ਅੰਦੋਲਨ ਕਰ ਰਿਹਾ ਉਦੋਂ ਵੀ ਭਾਰਤੀ ਜਨਤਾ ਪਾਰਟੀ ਨੂੰ ਕੀ ਜ਼ਰੂਰਤ ਪੈ ਗਈ ਕਮੇਟੀ ਬਣਾਉਣ ਦੇ ਲਈ ਔਰ ਉਹ ਕਮੇਟੀ ਬਣਾ ਕੇ ਤੁਸੀਂ ਜਗ੍ਹਾ ਜਗ੍ਹਾ ਐਲਾਨ ਕਰ ਰਹੇ ਹੋ ਕਿ ਅਸੀਂ ਕਿਸਾਨਾਂ ਦੇ ਵਿੱਚ ਜਾਵਾਂਗੇ ਕਿਸਾਨਾਂ ਨਾਲ ਡਾਇਲੋਗ ਕਰਾਂਗੇ ਕਿਸਾਨਾਂ ਨੂੰ ਇਹਦਾ ਫਾਇਦੇ ਸਮਝਾਵਾਂਗੇ ਕਿਉਂ ਜੇ ਤੁਹਾਡੇ ਕੋਲ ਬਹੁਮਤ ਸੀਗਾ ਤਾਂ ਤੁਸੀਂ ਪਹਿਲਾਂ ਬਿੱਲ ਪਾਸ ਕਰ ਦੋਗੇ ਥੋਪ ਦੋਗੇ ਔਰ ਉਸ ਤੋਂ ਬਾਅਦ ਫਾਇਦੇ ਸਮਝਾਓਗੇ ਪਹਿਲਾਂ ਤੁਸੀਂ ਫਾਇਦੇ ਕਿਉਂ ਨਹੀਂ ਸਮਝਾਏ ਪਹਿਲਾਂ ਕਿਸਾਨਾਂ ਨੂੰ ਭਰੋਸੇ 'ਚ ਕਿਉਂ ਨਹੀਂ ਲਿਆ ਇਸ ਕਰਕੇ ਸ਼ਿਵ ਸੈਨਾ ਹਿੰਦੁਸਤਾਨ ਨੇ ਪਹਿਲੇ ਦਿਨ ਕਿਹਾ ਕਿ ਬਿੱਲ ਪਾਸ ਕਰ ਦਿੱਤਾ ਹੈਗਾ ਇਹਦੇ ਨਾਲ ਵਿਰੋਧ ਹੈ ਕਿ ਇਹ ਨੁਕਸਾਨ ਹੈ ਕਿ ਨਹੀਂ ਇਸ 'ਚ ਨਹੀਂ ਜਾ ਰਹੇ ਅਸੀਂ ਕਹਿ ਰਹੇ ਕਿ ਕਿਸਾਨਾਂ ਨੂੰ ਭਰੋਸੇ 'ਚ ਨਾ ਲੈਣਾ ਭਾਰਤੀ ਜਨਤਾ ਪਾਰਟੀ ਦਾ ਸਭ ਤੋਂ ਬੜਾ ਕਸੂਰ ਹੈ ਭਾਰਤੀ ਜਨਤਾ ਪਾਰਟੀ ਚਲੋ ਕਸੂਰਵਾਰ ਹੈਗੀ ਹੈ ਲੇਕਿਨ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਬੀਬਾ ਹਰਸਿਮਰਤ ਕੌਰ ਬਾਦਲ ਕੀ ਉਹਨਾਂ ਨੇ ਬਿੱਲ ਨਹੀਂ ਪੜਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਾ ਉਹਨਾਂ ਨੇ ਬਿੱਲ ਨਹੀਂ ਪੜਿਆ ਵਿੱਤ ਮੰਤਰੀ ਦੀ ਗੱਲ ਕਰ ਲਾ ਬਾਦਲ ਸਾਹਿਬ ਮਨਪ੍ਰੀਤ ਬਾਦਲ ਦੀ ਗੱਲ ਕਰਾਂ ਉਹਨਾਂ ਨੇ ਬਿੱਲ ਨਹੀਂ ਪੜਿਆ ਪੰਜਾਬ ਦੇ ਵਿੱਚ ਲਾਗੂ ਕਿਉਂ ਹੋ ਗਿਆ ਫਿਰ देखो जिसमें मनप्रीत बादल की गल की यह भी रिकॉर्ड है कि मनप्रीत बादल ने दिल्ली जाके कई मीटिंगां अटेंड की इस ऑर्ਡੀਨੈਂਸ ਨੂੰ जो ड्राफ्ट कर दिता गया उस तो बाद जाके कई मीटिंगां अटेंड की हरसिमरत कौर बादल जी क्योंकि कैबिनेट के अंग सीगे तो नैचुरली उन्होंने ड्राफ्ट बिल ਨੂੰ देखा होगा और एक कहा हरसिमरत बादल जी ने कि असीं विरोध किया तो किसी कई लीडर ने गल कही है भी मिनट टू मिनट कढ़ लो
ਜਿਹੜੀ ਮੀਟਿੰਗ ਦੇ ਵਿੱਚ ਮਿੰਟ ਟੂ ਮਿੰਟ ਸੀਗੇ ਉਹ ਲਿਆਓ ਕੱਢ ਕੇ ਦੇਖੋ ਇਹਦੇ 'ਚ ਕਿੰਨਾ ਵਿਰੋਧ ਹੈ। ਤੇ ਇਹ ਗੱਲ ਤਾਂ ਬਿਲਕੁਲ ਸਹੀ ਹੈ ਕਿ ਕਿਸਾਨ ਅੰਦੋਲਨ ਜਦੋਂ ਭੜਕ ਗਿਆ, ਕਿਸਾਨ ਸੜਕਾਂ ਦੇ ਉੱਤੇ ਆ ਗਿਆ ਤੇ ਹਰ ਕਿਸੇ ਨੇ ਆਪਣਾ ਆਪਣਾ ਡਿਫੈਂਡ ਕੀਤਾ। ਕਾਂਗਰਸ ਨੇ ਵੀ ਟਰੈਕਟਰ ਰੈਲੀ ਕੱਢੀ ਹੈ, ਅਕਾਲੀ ਦਲ ਬਾਦਲ ਨੇ ਵੀ ਅੰਦੋਲਨ ਕਰਕੇ ਗਿਆਪਨ ਦੇਣ ਦੀ ਗੱਲ ਕੀਤੀ ਹੈ। ਤੇ ਇਹ ਜਿਹੜਾ ਸਭ ਕੁਝ ਕੀਤਾ, ਕਿਸਾਨਾਂ ਦੇ ਅੰਦੋਲਨ ਦੀ ਤਾਕਤ ਨੂੰ ਦੇਖਦੇ ਹੋਏ ਆਪਣੇ ਆਪਣੇ ਪ੍ਰੋਗਰਾਮ ਬਣਾਏ ਵੀ ਜਿਹੜੇ ਲੋਕ ਨੇ ਉਸ ਟਾਈਮ ਕੁਰਸੀਆਂ ਤੇ ਬੈਠੇ ਸੀਗੇ, ਜਿਹੜੇ ਲੋਕ ਸਭਾ ਦੇ ਅੰਦਰ ਸੀਗੇ, ਕਾਂਗਰਸ ਨੇ ਵੀ ਉਹਦੇ ਬਿੱਲ ਪਾਸ ਹੋਣ ਦੇ ਟਾਈਮ ਆਪਣੀ ਵਿਰੋਧਤਾ ਜ਼ਾਹਰ ਨਹੀਂ ਕੀਤੀ, ਬਾਹਰ ਚਲੇ ਗਏ। ਮੈਨੂੰ ਗੱਲ ਦੱਸੋ, ਗਵਰਨਰ ਵੱਡਾ ਹੁੰਦਾ ਕਿ ਰਾਸ਼ਟਰਪਤੀ ਵੱਡਾ ਹੁੰਦਾ? ਇਹ ਤਾਂ ਤੁਸੀਂ ਸਾਰੇ ਪੜ੍ਹੇ ਲਿਖੇ ਬੈਠੇ ਹੋ, ਸਾਰਿਆਂ ਨੂੰ ਪਤਾ ਵੀ ਗਵਰਨਰ ਆਪਣੇ ਸਟੇਟ ਦਾ ਹੈਡ ਹੁੰਦਾ, ਰਾਸ਼ਟਰਪਤੀ ਪੂਰੇ ਦੇਸ਼ ਦਾ ਹੈਡ ਹੈ। ਫਿਰ ਗਵਰਨਰ ਨੂੰ ਇੱਕ ਲੈਟਰ ਦੇ ਕੇ ਕੈਂਸਲ ਕਰਾਉਣਾ ਤੇ ਇੱਕ ਰਾਸ਼ਟਰਪਤੀ ਸਾਈਨ ਕੀਤੇ ਹੋਣ ਤਾਂ ਗਵਰਨਰ ਕੈਂਸਲ ਕਰ ਦੂਗਾ? ਦੇਖੋ ਜੋ ਇਹ ਤਾਂ ਉਹਨਾਂ ਨੇ ਆਪਣਾ ਸਟੈਂਡ ਕਲੀਅਰ ਕਰਨਾ ਹੈ। ਉਹਨਾਂ ਨੇ ਸਾਰਵਜਨਿਕ ਇਹ ਗੱਲ ਕਹੀ ਵੀ ਅਸੀਂ ਗਵਰਨਰ ਨੂੰ ਗਿਆਪਨ ਦੇ ਕੇ ਰਾਸ਼ਟਰਪਤੀ ਤੋਂ ਮੰਗ ਕਰ ਰਹੇ ਹਾਂ। ਤੇ ਉਹ ਇੱਕ ਅੰਦੋਲਨ ਰੂਪਰੇਖਾ, ਰਾਜਨੀਤਿਕ ਰੂਪਰੇਖਾ ਇਹ ਕਿਸਾਨ ਵੀ ਬਿਹਤਰ ਸਮਝਦੇ ਆ ਔਰ ਪੰਜਾਬ ਦੇ ਲੋਕ ਵੀ ਬਿਹਤਰ ਸਮਝਦੇ। ਤੁਹਾਡੀ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਪਾਰਟੀ ਹੈ? ਮੇਰੀ ਤਕਰੀਬਨ 3-4 ਜ਼ਿਲ੍ਹੇ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ 'ਚ ਸ਼ਿਵ ਸੈਨਾ ਹਿੰਦੁਸਤਾਨ ਦੀ ਜ਼ਿਲ੍ਹਾ ਇਕਾਈਆਂ ਹੈ। ਤੁਹਾਡੇ ਕੋਲ ਕੋਈ ਵੀਡੀਓ ਹੈਗੀ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਕੋਈ ਗੱਲ ਕੀਤੀ ਹੋਵੇ ਤੁਹਾਡੇ ਕਿਸੇ ਵੀ ਜ਼ਿਲ੍ਹੇ ਦੇ ਪ੍ਰਧਾਨ ਨੇ? ਦੇਖੋ ਵੀਡੀਓ ਅਲੱਗ-ਅਲੱਗ ਜ਼ਿਲ੍ਹਿਆਂ 'ਚ ਹੋਇਆ, ਮੁਕੇਰੀਆ, ਸੁਜਾਨਪੁਰ, ਪਠਾਨਕੋਟ ਸਾਈਡ ਉਧਰ ਦੇ ਕਾਰਜਕਰਤਾ ਨੇ ਲਿਆ। ਪਰ ਜਿਹੜੀ ਤੁਸੀਂ ਵੀਡੀਓ ਦੀ ਗੱਲ ਕੀਤੀ ਹੈ, ਅੱਜ ਕੱਲ੍ਹ ਫੇਸਬੁੱਕ ਦਾ ਜ਼ਮਾਨਾ, ਉਹਨਾਂ ਨੇ ਆਪਣੀਆਂ ਵੀਡੀਓ ਸ਼ੇਅਰ ਕੀਤੀਆਂ ਹੋਣੀਆਂ। ਇਹ ਜ਼ਰੂਰੀ ਹੈ ਕਿ ਪਵਨ ਗੁਪਤਾ ਕੋਲ ਹੀ ਸਾਰੀ ਵੀਡੀਓ ਹੋਣ, ਪਾਰਟੀ ਦੇ ਆਪਣੇ ਫੋਰਮ ਹੈਗੇ। ਪਵਨ ਗੁਪਤਾ ਸੁਪਰੀਮੋ ਕਿਹਾ ਜਾਂਦਾ। ਪਵਨ ਗੁਪਤਾ ਪਟਿਆਲੇ ਸ਼ਹਿਰ 'ਚ ਰਹਿੰਦੇ ਨੇ। ਪਵਨ ਗੁਪਤਾ ਪਟਿਆਲੇ ਸ਼ਹਿਰ 'ਚ ਕੀ ਕੀਤਾ? ਰਾਜੇ ਦਾ ਸ਼ਹਿਰ ਹੋ ਤੇ ਤੁਸੀਂ ਉੱਥੇ ਕੀ ਕੀਤਾ? ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਉਹ 'ਚ ਉਹਨਾਂ ਨੇ ਸਪਸ਼ਟ ਕਿਹਾ ਕਿ ਕੋਈ ਵੀ ਆਪਣੇ ਬੈਨਰ ਝੰਡੇ ਦੇ ਨਾਲ ਉਹਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ। ਬਿਨਾਂ ਬੈਨਰ ਝੰਡੇ ਤੋਂ ਸਾਡੇ ਕਾਰਜਕਰਤਾ ਦੀ ਬਹੁਤ ਬੜੀ ਟੀਮ ਹੈ। ਉਹਨਾਂ ਨੇ ਜਿਹੜੇ ਪੇਂਡੂ ਖੇਤਰ 'ਚ ਕਾਰਜਕਰਤਾ ਹੈਗੇ, ਉਹਨਾਂ ਨੇ ਬਿਨਾਂ ਬੈਨਰ ਔਰ ਝੰਡੇ 'ਚ ਉਹ 'ਚ ਹਿੱਸਾ ਲਿਆ। ਪਰ ਅਸੀਂ ਜੇ ਉਹਨੂੰ ਪ੍ਰੂਫ ਕਰਨਾ ਚਾਹੀਏ ਤਾਂ ਅਸੀਂ ਤੁਹਾਡੇ ਕੋਲ ਪ੍ਰੂਫ ਨਹੀਂ ਕਰ ਸਕਦੇ, ਕਿਉਂਕਿ ਕਿਸੇ ਕੋਲ ਬੈਨਰ, ਝੰਡਾ ਜਾਂ ਜਿਹੜੀ ਆਪਣੀ ਪਾਰਟੀ ਦੀ ਨਿਸ਼ਾਨੀ ਨਹੀਂ ਹੈ। ਕਿਉਂਕਿ ਪਾਰਟੀ ਅੱਜ ਨਹੀਂ ਕਹਿ ਰਹੀ, ਅੱਜ ਤੁਹਾਡੇ ਅਸੀਂ ਮਾਈਕ ਤੇ ਨਹੀਂ ਕਹਿ ਰਹੇ, ਅਸੀਂ ਪਹਿਲੇ ਦਿਨ ਤੋਂ ਇੱਕ ਸਟੈਂਡ ਲਿਆ ਕਿ ਇਹ ਜਿਹੜੇ ਕਿਸਾਨ ਜਥੇਬੰਦੀਆਂ ਅੰਦੋਲਨ ਕਰ ਰਹੀਆਂ ਨੇ, ਇਹ ਅੰਦੋਲਨ ਸਹੀ ਹੈ ਕਿਉਂਕਿ ਇਹਨਾਂ ਨੂੰ ਭਰੋਸੇ 'ਚ ਨਹੀਂ ਲਿਆ ਗਿਆ। ਔਰ ਜਿਹੜਾ ਤੁਹਾਡੇ ਕੋਲ ਬਹੁਮਤ ਸੀਗਾ, ਤੁਸੀਂ ਕਦੇ ਵੀ ਬਿੱਲ ਪਾਸ ਕਰ ਸਕਦੇ ਸੀ, ਤੁਹਾਨੂੰ ਕਿਸਾਨਾਂ ਨੂੰ ਬਹੁਮਤ 'ਚ ਲਿਆ ਜਾਣਾ ਚਾਹੀਦਾ। ਮੈਨੂੰ ਕਿਤੇ ਨਾ ਕਿਤੇ ਸੁਣਨ ਨੂੰ ਆਵੇ ਮਿਲਿਆ ਕਿ ਪਵਨ ਗੁਪਤਾ ਹੁਣ ਸ਼ਿਵ ਸੈਨਾ ਹਿੰਦ ਨੂੰ ਇੱਕ ਪਾਸੇ ਬਾਈਕਾਟ ਕਰਕੇ ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਕਾਂਗਰਸ ਦੇ ਨਾਲ ਮਿਲਣ, ਗੱਠਜੋੜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਸ਼ਿਵ ਸੈਨਾ ਬਹੁਤ ਹੋ ਗਈਆਂ। ਪਵਨ ਗੁਪਤਾ ਜੀ ਕਹਿੰਦੇ ਨੇ ਹੁਣ ਸਟੇਟਸ ਮੇਨਟੇਨ ਕਰਨ ਦੀ ਜ਼ਰੂਰਤ ਹੈਗੀ ਹੈ। ਕਾਰਜਕਰਤਾ ਨੂੰ ਕਿਤੇ ਨਾ ਕਿਤੇ ਤੁਸੀਂ ਇਹ ਗੱਲ ਕੀਤੀ ਹੈ, ਕਿਸੇ ਨਾ ਕਿਸੇ ਪਾਰਟੀ ਦਾ ਤੁਹਾਡਾ ਟਾਈ ਅਪ ਵੀ ਹੋ ਚੁੱਕਾ ਹੈ, ਗੱਲਬਾਤ ਚੱਲ ਰਹੀ ਹੈ ਤੁਹਾਡੀ ਕਿਸੇ ਨਾ ਕਿਸੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਨਾਲ ਗੱਲ ਚੱਲ ਰਹੀ ਹੈ, ਸਹੀ ਹੈ ਗੱਲ ਕੀ ਗਲਤ? ਦੇਖੋ ਰਾਜਨੀਤੀ ਦੇ ਅੰਦਰ ਕੋਈ ਸੰਭਾਵਨਾਵਾਂ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ। ਅਸੀਂ ਇੱਕ ਰਾਜਨੀਤਿਕ ਦਲ ਹੈ ਔਰ ਰਾਜਨੀਤਿਕ ਦਲ ਹੋਣ ਦੇ ਨਾਤੇ ਪੰਜਾਬ ਦੇ ਅਲੱਗ-ਅਲੱਗ ਵਿਸ਼ੇ ਤੇ, ਮੁੱਦੇ ਤੇ ਅਸੀਂ ਕੰਮ ਕਰ ਰਹੇ ਹਾਂ। ਔਰ ਜਦੋਂ ਅਸੀਂ ਚੋਣਾਂ ਦੇ ਵਿੱਚ ਜਾਵਾਂਗੇ, ਚੋਣਾਂ ਨਜ਼ਦੀਕ ਹੋਣਗੀਆਂ, ਤੇ ਜਿਹੜੇ ਵੀ ਕੋਈ ਸਾਡੇ ਏਜੰਡੇ ਨਾਲ ਸਹਿਮਤ ਹੋਣਗੇ, ਜਿਹੜੇ ਸਾਡੇ ਏਜੰਡੇ ਨਾਲ ਮਿਲ ਕੇ ਕੰਮ ਕਰਨਾ ਚਾਹਣਗੇ ਔਰ ਸਾਡੇ ਵਿਚਾਰਕ ਧਾਰਾ ਦੇ ਨਜ਼ਦੀਕ ਹੋਣਗੇ, ਜ਼ਰੂਰ ਪਾਰਟੀ ਗਠਬੰਧਨ ਕਰੇਗੀ। ਇਹ ਕੋਈ ਲੁਕਮਾ ਏਜੰਡਾ ਨਹੀਂ ਹੈਗਾ। 31 ਜਥੇਬੰਦੀਆਂ ਸੀਗੀਆਂ, ਇੱਕ ਤਾਂ ਚਲੀ ਗਈ, ਲੋਂਗੋਵਾਲ ਚਲਾ ਗਿਆ, 30 ਰਹਿ ਗਈਆਂ। 30 ਚੋਂ ਕਿਹੜੀ ਜਥੇਬੰਦੀ ਤੁਸੀਂ ਮਿਲੇ ਹੋ ਅਜੇ ਤੱਕ ਆਪਣੇ ਅਹੁਦੇ ਤੇ? ਦੇਖੋ ਸ਼ਿਵ ਸੈਨਾ ਹਿੰਦੁਸਤਾਨ ਆਫੀਸ਼ੀਅਲੀ ਤੌਰ ਤੇ ਕਿਸਾਨ ਯੂਨੀਅਨ ਨਾਲ ਕੋਈ ਮੀਟਿੰਗ ਨਹੀਂ ਕਰ ਰਹੀ। ਕਿਸਾਨਾਂ ਦੇ ਮੁੱਦੇ ਸਾਰਵਜਨਿਕ ਹੈ, ਉਸ ਮੁੱਦੇ ਤੇ ਸਮਰਥਨ ਕਰਨ ਲਈ ਕਿਸੇ ਵੀ ਕਿਸਾਨ ਯੂਨੀਅਨ ਨਾਲ ਮੀਟਿੰਗ ਕਰਨੀ ਜ਼ਰੂਰੀ ਨਹੀਂ ਹੈ। ਅਸੀਂ ਸਾਰਵਜਨਿਕ ਤੌਰ ਤੇ ਆਪਣਾ ਸਟੈਂਡ ਸਪਸ਼ਟ ਕੀਤਾ। ਜਿਹੜੇ ਸਾਡੇ ਕਿਸਾਨ ਸਾਡੇ ਨਾਲ ਜੁੜੇ ਹੋਏ ਹੈ, ਜਿਨ੍ਹਾਂ ਦੀ ਪ੍ਰਿਸ਼ਠਭੂਮੀ ਪੇਂਡੂ ਖੇਤਰ ਨਾਲ ਜੁੜੀ ਹੋਈ ਹੈ, ਉਹ ਉਸ ਅੰਦੋਲਨ ਤੇ ਜਾ ਰਹੇ ਕਿਉਂਕਿ ਪਾਰਟੀ ਦਾ ਉਸ ਅੰਦੋਲਨ ਨਾਲ ਜੁੜਾਵ ਹੈ, ਪਾਰਟੀ ਦਾ ਉਸ ਅੰਦੋਲਨ ਨੂੰ ਸਮਰਥਨ ਹੈ। ਪਵਨ ਜੀ, ਮੈਂ ਇੱਕ ਛੋਟੀ ਜਿਹੀ ਗੱਲ ਤੇ ਆਂਦਾ ਵਾਂ। ਤੁਸੀਂ ਇੱਕ ਮੈਂ ਦੇਖ ਰਿਹਾ ਵਾਂ ਏਸੀ ਰੂਮ ਹੈ ਜਿੱਥੇ ਮੈਂ ਬੈਠਾ ਵਾਂ, ਏਸੀ ਚੱਲ ਰਿਹਾ, ਹਾਈ ਸਪੀਡ ਤੇ ਏਸੀ ਆ, ਕੂਲ ਜਿਹੜਾ ਇੱਥੇ ਕਮਰਾ ਵੀ ਕੂਲਿੰਗ ਦਾ ਹੋਇਆ ਪਿਆ ਵਾ। ਲੇਕਿਨ ਮੇਰਾ ਭਰਾ ਜਿਹੜਾ ਕਿਸਾਨ, ਤੁਸੀਂ ਵੀ ਕਹਿੰਦੇ ਹੋ ਮੇਰਾ ਭਰਾ ਵਾ ਕਿਸਾਨ, ਧੁੱਪੇ ਬੈਠੇ ਨੂੰ ਕਿੰਨੇ ਦਿਨ ਹੋ ਗਏ ਨੇ। ਸ਼ੰਭੂ ਬਾਰਡਰ, ਲਾਡੋਵਾਲ ਜਾਂ ਪੰਜਾਬ ਦੇ ਜ਼ਿਲ੍ਹੇ 'ਚ ਕਿਤੇ ਧੁੱਪੇ ਬੈਠੇ ਨੇ। 2 ਮਿੰਟ ਤੁਸੀਂ ਮੇਰੇ ਖਿਆਲ ਨਾਲ ਸ਼ੰਭੂ ਬਾਰਡਰ ਮੇਰੇ ਨਾਲ ਚੱਲ ਸਕਦੇ ਹੋ, 2 ਮਿੰਟ ਕੀ ਉੱਥੇ 5 ਘੰਟੇ ਮੈਨੂੰ ਬਹਿ ਕੇ ਦਿਖਾ ਦਿਓ ਧੁੱਪੇ। ਦੇਖੋ ਜਿੱਥੇ ਤੱਕ ਅੰਦੋਲਨ ਦੀ ਗੱਲ ਹੈ, ਜਦੋਂ ਅਸੀਂ ਆਪਣੇ ਏਜੰਡੇ ਤੇ ਅੰਦੋਲਨ ਕਰਦੇ ਰਹੇ ਹਾਂ, ਅਸੀਂ ਧਰਮ ਯੁੱਧ ਮੋਰਚਾ ਲਾਇਆ, ਪੰਜਾਬ 'ਚ ਵੱਖ-ਵੱਖ ਅੰਦੋਲਨ ਲੜਿਆ, ਅਸੀਂ ਧੁੱਪੇ ਵੀ ਬੈਠੇ ਹੈ, ਅਸੀਂ ਖੂਨ ਜਿੱਥੇ ਡੁੱਲਿਆ ਉੱਥੇ ਵੀ ਬੈਠੇ ਹੈ, ਪੰਜਾਬ ਦੀ ਅਮਨ ਔਰ ਸ਼ਾਂਤੀ ਦੇ ਨਾਲ ਦੇਸ਼ ਵਿਰੋਧੀ ਤਾਕਤਾਂ ਦੀਆਂ ਗੋਲੀਆਂ ਨੂੰ ਵੀ ਚੱਲਿਆ। ਇਸ ਕਰਕੇ ਇਹ ਸਾਡੇ ਲਈ ਕੋਈ ਚੁਣੌਤੀ ਨਹੀਂ ਹੈ। ਸਾਡੇ ਨਾਲ ਸੁਣੋ ਮੇਰਾ ਛੋਟਾ ਜਿਹਾ ਸਵਾਲ ਹੈ, ਮੈਂ ਇਸ ਟਾਈਮ ਨਾਲ ਚੱਲੂੰਗਾ, ਲਾਡੋਵਾਲ ਟੋਲ ਪਲਾਜ਼ਾ ਬਹਿਣਾ ਵਾ, ਕਿਸਾਨ ਜਿਹੜੇ ਭਾਈ ਸਾਡੇ ਉੱਥੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਨੀ ਹੈ, ਉਹਨਾਂ ਨੂੰ ਕੀ ਦਿੱਕਤਾਂ ਪਰੇਸ਼ਾਨੀਆਂ,
ਮੈਂ ਔਨ ਲਾਈਵ ਕੈਮਰਾ ਮੈਂ ਗੱਲ ਕਰਦਾ, ਚੱਲੂਗੀ ਇਸ ਟਾਈਮ? ਦੇਖੋ ਜਦੋਂ ਵੀ ਕਿਸਾਨ ਜਥੇਬੰਦੀਆਂ ਸਾਨੂੰ ਸੱਦਾ ਦੇਣਗੀਆਂ ਅਸੀਂ ਉਹਨਾਂ ਦੇ ਲਾਡੋਵਾਲ ਨਹੀਂ ਪੰਜਾਬ ਦੇ ਕਿਸੇ ਵੀ ਖੇਤਰ 'ਚ ਜਾਵਾਂਗੇ। ਬੰਦੀਆਂ ਨੇ ਸਾਫ਼ ਹੀ ਗੱਲ ਕਰਤੀ, ਉੱਥੇ ਜਥੇਬੰਦੀਆਂ ਦਾ ਕੋਈ ਨਹੀਂ ਹੈ। ਕਿਸਾਨ ਜਿਹੜਾ ਫਸਲ ਬੀਜਦਾ ਉਹ ਕਿਸਾਨ ਉੱਥੇ ਬੈਠਾ ਆਪਣੇ ਸੰਘਰਸ਼ ਨੂੰ ਮੁਕੰਮਲ ਕਰਾਉਣ ਦੀ ਕੋਸ਼ਿਸ਼ ਕਰ ਰਿਹਾ। ਉਹ ਤੁਹਾਨੂੰ ਆ ਥੋੜੀ ਨਾ ਕਹਿਣਗੇ ਪਵਨ ਗੁਪਤਾ ਜੀ ਤੁਹਾਨੂੰ ਮੈਂ ਇੱਕ ਭੇਜਿਆ, ਤੁਸੀਂ ਇਹ ਤੇ ਨੋਤਾ ਹੈਗਾ, ਨੋਤਾ ਲਿਖ ਕੇ ਤੁਸੀਂ ਸਾਡੇ ਕੋਲ ਇੱਥੇ ਆਣਾ। ਨੋਤਾ ਕਿੱਥੋਂ ਭੇਜਣਗੇ? ਆਪਣੀ ਮੰਗਾਂ ਲੈ ਕੇ ਬੈਠੇ ਤੁਹਾਨੂੰ, ਹੁਣ ਤੁਸੀਂ ਨੋਤੇ ਦੀ ਵੇਟ ਕਰੋਗੇ? ਦੇਖੋ ਗੱਲ ਇਹ ਹੈ ਕਿ ਉਹਨਾਂ ਦੇ ਏਜੰਡੇ 'ਚ ਇਹ ਵੀ ਸਾਫ਼ ਹੈ ਕਿ ਉਹ ਕਿਸੇ ਵੀ ਪੋਲੀਟੀਕਲ ਬੰਦੇ ਨੂੰ ਆਪਣੇ ਅੰਦੋਲਨ 'ਚ ਨਹੀਂ ਜਾਂਦੇ। ਜਦੋਂ ਸਾਡੀ ਗੱਲਬਾਤ ਹੋਏਗੀ, ਕੁਝ ਲੋਕ ਸਾਡੀ ਪਾਰਟੀ ਵੱਲੋਂ ਉਹਨਾਂ ਨਾਲ ਗੱਲਬਾਤ ਕਰ ਰਹੇ ਆ, ਅਸੀਂ ਨਹੀਂ ਚਾਹੁੰਦੇ ਕਿ ਸਾਡੇ ਜਾਣ ਦੇ ਨਾਲ ਕੋਈ ਹਾਸੋਹੀਣੀ ਸਥਿਤੀ ਪੈਦਾ ਹੋਵੇ। ਜਿਵੇਂ ਹੀ ਸਾਨੂੰ ਉਹਨਾਂ ਦੀ ਸਹਿਮਤੀ ਮਿਲੇਗੀ ਤਾਂ ਅਸੀਂ ਬਿਨਾਂ ਝੰਡੇ ਬੈਨਰ ਤੋਂ ਵੀ ਜਾਵਾਂਗੇ, ਜ਼ਰੂਰ ਜਾਵਾਂਗੇ, ਉੱਥੇ ਕੈਮਰਾ ਹੋਵੇ ਜਾਂ ਨਾ ਹੋਵੇ। ਅਸੀਂ ਜਿਹੜਾ ਉਹਨਾਂ ਨੂੰ ਸਮਰਥਨ ਕਰ ਰਹੇ ਹਾਂ ਉਹ ਕੈਮਰੇ ਦੇ ਕਾਰਨ ਨਹੀਂ, ਉਹਨਾਂ ਦੇ ਮੁੱਦਿਆਂ ਨਾਲ ਸਮਰਥਨ ਕਰ। ਮੇਰੀ ਗੱਲ ਹੋਈ ਸੀ ਉੱਥੇ, ਮੈਂ ਲਗਾਤਾਰ ਖਬਰ ਕਰ ਰਿਹਾ ਵਾਂ, ਮੈਨੂੰ ਕਹਿੰਦੇ ਸਾਡੇ ਕੋਲ ਜਿੰਨੀ ਵੀ ਸ਼ਿਵ ਸੈਨਾ ਹੈਗੀਆਂ, ਸ਼ਿਵ ਸੈਨਾ ਛੱਡ ਕੇ ਹਿੰਦੂ ਸਮਾਜ ਸਾਡੇ ਨਾਲ ਆ ਕੇ ਖੜਾ ਨਹੀਂ ਹੋਇਆ। ਹਿੰਦੂ ਸਮਾਜ ਤੁਹਾਨੂੰ ਤੁਸੀਂ ਕਹਿੰਦੇ ਹੋ ਕਿ ਹਿੰਦੂ ਸਮਾਜ ਦੇ ਅਸੀਂ ਮੇਨ ਹੈਗੇ, ਕਰਤਾ ਧਰਤਾ ਹੈਗੇ, ਜਿੰਨੀਆਂ ਸ਼ਿਵ ਸੈਨਾ ਬੰਦੀਆਂ ਹਿੰਦੂ ਸਮਾਜ ਹੀ ਕਹਿੰਦੀਆਂ। ਮਾਫੀ ਵੀ ਚਾਹੁੰਦਾ ਮੈਂ, ਕਿਉਂ ਕਿ ਉਹ ਸਾਡਾ ਭਾਈ ਨਹੀਂ ਹੈ, ਕਿ ਉਹਨਾਂ ਦੇ ਘਰੇ ਉਹਨਾਂ ਦੇ ਪਿੱਛੇ ਹੋਈ ਫਸਲ ਨਹੀਂ ਕਰੀ ਜਾਂਦੀ, ਜਾਂ ਆਟਾ ਨਹੀਂ ਖਾਂਦੇ ਉਹ, ਕਿ ਉਹ ਸਰਕਾਰਾਂ ਦਾ ਆਟਾ ਖਾਂਦੇ। ਮੈਂ ਤੁਹਾਨੂੰ ਮੋੜਵਾ ਪ੍ਰਸ਼ਨ ਪੁੱਛਦਾ ਕਿ ਕਿਸਾਨ ਹਿੰਦੂ ਨਹੀਂ ਹੈਗੇ? ਉਹ 'ਚ ਹਿੰਦੂ ਕਿਸਾਨ ਸ਼ਾਮਿਲ ਨਹੀਂ ਹੈਗੇ? ਐਸੀ ਕੋਈ ਗੱਲ ਨਹੀਂ ਹੈ ਵੀ ਕਿਸਾਨਾਂ ਦੇ ਅੰਦੋਲਨ ਨੂੰ ਹਿੰਦੂਆਂ ਦਾ ਸਮਰਥਨ ਪ੍ਰਾਪਤ ਨਹੀਂ ਹੈ। ਜੇ ਛੱਡ ਕੇ ਕਿਉਂ ਨਹੀਂ ਜਾ ਰਹੇ? ਨਹੀਂ, ਅਸੀਂ ਤਾਂ ਇਹ ਗੱਲ ਕਹੀ ਨਹੀਂ, ਅਸੀਂ ਤਾਂ ਕਿਸਾਨ ਸ਼ਬਦ ਯੂਜ਼ ਕੀਤਾ। ਅਸੀਂ ਤਾਂ ਕਿਹਾ ਨਹੀਂ ਵੀ ਸਿੱਖ ਕਿਸਾਨ ਹੈ ਕਿ ਮੁਸਲਿਮ ਕਿਸਾਨ ਹੈ ਕਿ ਰਾਜਪੂਤ ਕਿਸਾਨ ਹੈ। ਅਸੀਂ ਗੱਲ ਕਹੀ ਹੈ ਕਿ ਕਿਸਾਨ ਜਥੇਬੰਦੀਆਂ ਨੇ ਜਿਹੜਾ ਪੈਰਾਮੀਟਰ ਫਿਕਸ ਕੀਤਾ, ਉਸ ਪੈਰਾਮੀਟਰ ਦਾ ਆਦਰ ਕਰਦੇ ਹੋਏ ਜਦ ਤੱਕ ਉਹਨਾਂ ਦੀ ਸਹਿਮਤੀ ਪ੍ਰਾਪਤ ਨਹੀਂ ਹੋ ਜਾਂਦੀ ਅਸੀਂ ਧੱਕੇ ਨਾਲ ਨਹੀਂ ਜਾਣਾ ਚਾਹੁੰਦੇ। ਔਰ ਜਿੱਥੇ ਤੱਕ ਸਿਧਾਂਤਕ ਤੌਰ ਤੇ ਹੈ, ਅਸੀਂ ਮੀਡੀਆ ਦੇ ਮਾਧਿਅਮ ਨਾਲ ਹੀ ਇਹ ਗੱਲ ਸਪਸ਼ਟ ਕੀਤੀ ਹੈ ਕਿ ਸਾਡੀ ਸੋਚ ਔਰ ਸਾਡੀ ਸਮਝ ਇਹ ਹੈ, ਜਿਵੇਂ ਹੀ ਕਿਸਾਨ ਜਥੇਬੰਦੀਆਂ ਦੀ ਸਾਡੇ ਨਾਲ ਗੱਲਬਾਤ ਹੋ ਜਾਂਦੀ ਹੈ, ਅਸੀਂ ਕੈਮਰੇ ਦੇ ਉੱਤੇ ਵੀ, ਬਿਨਾਂ ਕੈਮਰੇ ਤੋਂ ਵੀ, ਔਰ ਸਾਡੇ ਸਾਥੀ ਨੇ ਵੀ ਦਿਖਾਇਆ ਵੀ ਸਾਡੇ ਕਾਰਜਕਰਤਾ ਉਸ ਅੰਦੋਲਨ ਦੇ ਵਿੱਚ ਸ਼ਾਮਲ ਹੈ। ਉਹ ਤਾਂ ਮੈਨੂੰ ਉਹਨਾਂ ਨੇ ਇੱਕ ਪ੍ਰੈਸ ਉਹ ਦਿਖਾ ਰਹੇ ਨੇ, ਪ੍ਰੈਸ ਕਾਨਫਰੰਸ ਕਰ ਰਹੇ ਨੇ, ਉਹ ਤਾਂ ਉੱਤੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਕਿ ਉਹ ਡਿਬੇਟ ਕਰ ਰਹੇ ਹੋ। ਤੁਸੀਂ ਕਿਸਾਨਾਂ ਦੇ ਮੁੱਦੇ ਤੇ ਗਏ ਹੋ, ਕਿਸਾਨ ਕੇ ਟੋਲ ਬੈਰੀਅਰ ਤੇ ਤੁਸੀਂ ਇਧਰ ਆਓ, ਕਿਹੜੇ ਟੋਲ ਬੈਰੀਅਰ ਤੇ ਗਏ ਹੋ ਤੁਸੀਂ? ਕਿੱਥੇ ਪ੍ਰੋਟੈਸਟ ਹੋ ਰਿਹਾ ਸੀ, ਪ੍ਰੋਗਰਾਮ ਤੇ ਗਏ ਹੋ? ਮੈਨੂੰ ਆਹ ਗੱਲ ਦਾ ਜਵਾਬ, ਜਿਵੇਂ ਪ੍ਰਧਾਨ ਜੀ ਨੇ ਆਖਿਆ ਕਿ ਆਪਾਂ ਉੱਥੇ ਜਾਈਏ ਕੋਈ ਬਵਾਲ ਖੜਾ ਹੋਏ, ਕਿਉਂਕਿ ਨਾ ਤੇ ਆਏਗਾ ਨਾ ਉੱਥੇ, ਜਦੋਂ ਨਾ ਇਹ ਨਹੀਂ ਕਿ ਡਿਬੇਟ ਕਰ ਲਈ, ਡਿਬੇਟ ਕਰਨਾ ਮਤਲਬ ਥੋੜੀ ਹੁੰਦਾ। ਪ੍ਰਧਾਨ ਸਾਹਿਬ ਸੁਣੋ ਇੱਕ ਛੋਟੀ ਜੀ ਗੱਲ, ਪ੍ਰਧਾਨ ਸਾਹਿਬ ਮੈਂ ਗੱਲ ਕਰਨਾ ਛੋਟੀ ਜੀ। ਡਿਬੇਟ ਕਰਨਾ ਬਹੁਤ ਫਰਕ ਹੈ ਜੀ, ਬੰਦ ਕਮਰੇ 'ਚ ਪ੍ਰੈਸ ਕਾਨਫਰੰਸਾਂ ਕਰਨਾ ਬਹੁਤ ਗੱਲ ਹੈ ਜੀ। ਜੋ ਆਪਾਂ ਕਿਸਾਨ ਹਿੱਤੀ ਹੈਗੇ ਆ, ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹੋਏ ਆ, ਤੇ ਸਾਨੂੰ ਉੱਥੇ ਜਾ ਕੇ ਖੜੇ ਹੋਣਾ ਚਾਹੀਦਾ। ਤੇ ਸਾਨੂੰ ਪ੍ਰੈਸ ਕਾਨਫਰੰਸ ਬੰਦ ਕਮਰਿਆਂ ਤੋਂ ਬਜਾਏ ਸਾਨੂੰ ਰੋਡ ਦੇ ਉੱਤੇ ਜਾਂ ਧੁੱਪ ਦੇ ਵਿੱਚ ਖੜ ਕੇ ਸਾਨੂੰ ਵੀ ਥੋੜਾ ਸਾਹਸ ਹੋਵੇ ਕਿ ਅਸੀਂ ਵੀ ਉਹ ਕਿਸਾਨਾਂ ਦੇ ਨਾਲ ਥੋੜਾ ਹਿੱਸੇਦਾਰੀ ਕਰ ਰਹੇ ਹਾਂ। ਜਿਹੜੀ ਗੱਲ ਤੁਸੀਂ ਕਰ ਰਹੇ ਹੋ ਉਹ 'ਚ ਆਮ ਆਦਮੀ ਪਾਰਟੀ ਵੀ ਲੜਾਈ ਲੜ ਰਹੀ ਹੈ, ਕਾਂਗਰਸ ਵੀ ਲੜ ਰਹੀ ਹੈ, ਦੂਸਰੇ ਲੋਕ ਵੀ ਲੜ ਰਹੇ ਹਨ। ਹਰ ਕਿਸੇ ਦੇ ਲੜਨ ਦਾ ਅਲੱਗ-ਅਲੱਗ ਤਰੀਕਾ ਹੈ। ਕਿਸੇ ਨੇ ਟਰੈਕਟਰ ਰੈਲੀ ਕਰਕੇ ਸਮਰਥਨ ਕੀਤਾ, ਕਿਸੇ ਨੇ ਪ੍ਰੈਸ ਕਾਨਫਰੰਸ ਕਰਕੇ ਸਮਰਥਨ ਕੀਤਾ, ਕਿਸੇ ਨੇ ਆਪਣੇ ਫੋਰਮ ਦੇ ਉੱਤੇ ਅੰਦੋਲਨ ਕਰਕੇ ਲੜਾਈ ਲੜੀ ਹੈ। ਟਰੈਕਟਰ ਰੈਲੀ ਕਰਕੇ ਕਿੱਦਾਂ ਸਮਰਥਨ ਹੋ ਗਿਆ? ਜਾਂ ਮੈਨੂੰ ਆਹ ਦੱਸੋ ਕਿ ਟਰੱਕਾਂ ਦੇ ਉੱਤੇ ਬਹਿ ਕੇ ਉਧਰ ਕੂਚ ਕਰ ਲਿਆ, ਉਹ ਕਿੱਦਾਂ ਸਮਰਥਨ ਹੋ ਗਿਆ? ਬੰਦ ਕਮਰੇ ਤੇ ਕਿਸਾਨਾਂ ਦਾ ਸਮਰਥਨ ਕਿੱਦਾਂ ਹੋ ਗਿਆ? ਮੇਰੀ ਗੱਲ ਸੁਣੋ, ਇਹ ਤਾਂ ਤੁਹਾਡੀ ਆਪਣੀ ਸੋਚ ਹੈ ਨਾ ਵੀ ਇਹ ਸਮਰਥਨ ਇਸ ਪ੍ਰਕਾਰ ਹੋਣਾ ਚਾਹੀਦਾ। ਵੱਖ-ਵੱਖ ਜਥੇਬੰਦੀਆਂ ਦਾ ਆਪਣੇ-ਆਪਣੇ ਢੰਗ ਨਾਲ ਸਮਰਥਨ ਹੈ। ਮੈਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਸਿਧਾਂਤਕ ਰੂਪ 'ਚ ਉਹਨਾਂ ਨੂੰ ਸਮਰਥਨ ਦਿੱਤਾ। ਮੈਨੇ ਕਿਤੇ ਇਹ ਨਹੀਂ ਕਿਹਾ ਕਿ ਅਸੀਂ ਫਿਜ਼ੀਕਲੀ ਉੱਥੇ ਚਲੇ ਗਏ, ਲੇਕਿਨ ਜਿਵੇਂ ਹੀ ਸਾਡੀ ਉਹਨਾਂ ਨਾਲ ਅੰਡਰਸਟੈਂਡਿੰਗ ਹੋ ਜਾਂਦੀ ਆ, ਉਹ ਅਗਰ ਕਿਉਂਕਿ ਜਿਹੜਾ ਅੰਦੋਲਨ ਚੱਲ ਰਿਹਾ ਉਹ 'ਚ ਖਾਲਿਸਤਾਨੀ ਪੱਖੀਆਂ ਨੇ ਵੀ ਘੁਸਪੈਠ ਕੀਤਾ ਹੋਇਆ, ਉਹਨਾਂ ਨੇ ਵੀ ਆਪਣੇ ਨਾਰੇ ਲਾਏ ਹੈ, ਉਹਨਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਾਏ ਹੈ। ਤੇ ਅਜਿਹੀ ਤਾਕਤਾਂ ਦੇ ਵਿੱਚ ਅਸੀਂ ਜਾ ਕੇ ਅਗਰ ਖੜੇ ਹੁੰਦੇ ਹਾਂ, ਕਿ ਟਕਰਾਓ ਦੀ ਸੰਭਾਵਨਾ ਹੁੰਦੀ ਹੈ, ਇੱਕ ਪੋਜ਼ਿਟਿਵਿਟੀ ਖਤਮ ਹੋ ਜਾਂਦੀ ਹੈ। ਤੇ ਅਸੀਂ ਉਹਨਾਂ ਨਾਲ ਇਹੀ ਸੰਪਰਕ ਕਰ ਰਹੇ ਹਾਂ ਕਿ ਜਿੱਥੇ ਵੀ ਕਿਸਾਨ ਅੰਦੋਲਨ ਦੇ ਜਥੇਬੰਦੀਆਂ ਜਿਹੜੀ ਜ਼ਿੰਮੇਵਾਰ ਹੈਗੀਆਂ, ਉਹ ਅਗਰ ਸਾਨੂੰ ਇਹ ਕਹਿ ਦਿੰਦੇ ਆ ਕਿ ਤੁਸੀਂ ਬਿਨਾਂ ਬੈਨਰ ਤੋਂ, ਬਿਨਾਂ ਝੰਡੇ ਤੋਂ ਫਲਾਣੀ ਜਗ੍ਹਾ ਆਓ, ਸਾਡੇ ਕੋਈ ਕਿੰਤੂ ਪਰੰਤੂ ਨਹੀਂ ਹੈ। ਛੋਟੀ ਜੀ ਗੱਲ ਹੈ, ਮੇਰੀ ਇੱਕ ਛੋਟੀ ਜੀ ਗੱਲ ਹੈ, ਤੁਸੀਂ ਹਰ ਵਾਰ ਜਿਹੜਾ ਕਹਿੰਦੇ ਹੋ, ਮੇਰੀ ਛੋਟੀ ਜੀ ਗੱਲ ਹੈ, ਤੁਸੀਂ ਹਰ ਵਾਰ ਕਹਿੰਦੇ ਹੋ ਕਿ ਖਾਲਿਸਤਾਨ, ਠੀਕ ਹੈ ਜੀ, ਤੇ ਜਿਹੜਾ ਮਰਜ਼ੀ ਉੱਥੇ ਖੜ ਕੇ ਕਹਿੰਦਾ, ਸਟੇਜ ਦੇ ਉੱਤੇ ਖੜ ਕੇ ਕਹਿੰਦਾ, ਲੇਕਿਨ ਮੈਂ ਕਿਸੇ ਨੂੰ ਨਹੀਂ ਕਹਿੰਦਾ ਕਿ ਦੇਖੋ ਸਾਡਾ ਭਾਈ ਉੱਥੇ, ਸਾਡਾ ਜਿਹੜਾ, ਮੈਂ ਕਿਸੇ ਧਰਮ ਦੇ ਮੁੱਦੇ ਤੇ ਗੱਲ ਨਹੀਂ ਕਰੂੰਗਾ। ਤੁਸੀਂ ਖਾਲਿਸਤਾਨ ਦੀ ਗੱਲ ਕਰੋ, ਮੈਂ ਉਹਨਾਂ ਦੇ ਨਾਮ ਨਹੀਂ ਲਵਾਂਗਾ। ਮੈਂ ਕਿਸੇ ਵੀ ਖਾਲਿਸਤਾਨ ਧਰਮ ਥੋੜੀ ਹੈ, ਸੁਣੋ ਤੁਹਾਡੇ, ਮੈਂ ਨਹੀਂ ਕਹਿ ਰਿਹਾ ਵੈਸੇ ਜੋ ਆਪਣੀ ਮੰਗ ਕਰ ਰਹੇ ਆ ਮੈਨੂੰ ਨਹੀਂ ਪਤਾ, ਠੀਕ ਹੈ ਜੀ। ਮੈਂ ਕਿਸੇ ਵੀ ਇਹਦੇ ਤੇ ਕੁਛ ਨਾਮ ਲੈਣਾ ਨਹੀਂ ਚਾਹੁੰਦਾ, ਮੈਂ ਨਹੀਂ ਚਾਹੁੰਦਾ ਕਿਉਂਕਿ ਆਤੰਕਵਾਦ ਫੈਲੇ, ਠੀਕ ਹੈ ਜੀ। ਮੈਂ ਇੱਕੋ ਗੱਲ ਤੇ ਆਣਾ ਚਾਹੁੰਦਾ ਵਾਂ ਕਿ ਮਤਲਬ ਕਿਸਾਨਾਂ ਦਾ ਸਾਥ ਤੁਸੀਂ ਕਿੱਦਾਂ ਦੇਵੋਗੇ, ਕਿਸਾਨ ਭਰਾਵਾਂ ਨੂੰ ਕਿੱਦਾਂ ਪਤਾ ਲੱਗੂਗਾ ਕਿ ਸ਼ਿਵ ਸੈਨਾ ਜਿਹੜੀਆਂ ਹੈਗੀਆਂ ਸਾਡੇ ਨਾਲ ਹੈ। ਦੇਖੋ ਕਿਸਾਨਾਂ ਦੇ ਮੁੱਦੇ ਤੇ ਸਾਰਵਜਨਿਕ ਤੌਰ ਤੇ ਅਸੀਂ ਸਟੈਂਡ ਲਿਆ ਔਰ ਕਿਸਾਨ ਜਥੇਬੰਦੀ ਦੀ ਜਿਹੜੀਆਂ ਹੱਕੀ ਮੰਗਾਂ ਉਹਦੇ ਨਾਲ ਸਾਡੀ ਸਹਿਮਤੀ ਹੈ।
ਅਸੀਂ ਇਹ ਗੱਲ ਪਹਿਲੇ ਦਿਨ ਤੋਂ ਸਪਸ਼ਟ ਕੀਤੀ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਬੇਮਿਸਾਲ ਬਹੁਮਤ ਸੀਗੀ। ਉਹਨਾਂ ਨੂੰ ਇਸ ਬਿੱਲ ਦੇ ਉੱਤੇ ਕਿਸਾਨਾਂ ਨੂੰ ਸਹਿਮਤੀ ਲੈਣੀ ਚਾਹੀਦੀ ਸੀ, ਉਹਨਾਂ ਨੂੰ ਭਰੋਸੇ 'ਚ ਲੈਣਾ ਚਾਹੀਦਾ ਸੀਗਾ। ਜਿੱਥੇ ਤੱਕ ਉਹਨਾਂ ਦੇ ਘੋਲ ਔਰ ਅੰਦੋਲਨ ਦੀ ਗੱਲ ਹੈ, ਅਸੀਂ ਉਹਨਾਂ ਤਾਕਤਾਂ 'ਚ ਸ਼ਾਮਲ ਨਹੀਂ ਹੈ ਜਿਹੜਾ ਉਸ ਅੰਦੋਲਨ ਤੋਂ ਲਾਹਾ ਲੈਣਾ ਚਾਹੁੰਦੀਆਂ ਹੋਣ, ਲਾਭ ਲੈਣਾ ਚਾਹੁੰਦੀਆਂ ਹੋਣ। ਜਦੋਂ ਵੀ ਕਿਸਾਨ ਅੰਦੋਲਨ ਦੀ ਜਿਹੜੀ ਕੋਈ ਜ਼ਰੂਰਤ ਹੋਏਗੀ, ਕਿਸਾਨ ਅੰਦੋਲਨ ਦੇ ਆਗੂਆਂ ਨਾਲ ਸਾਡੀ ਗੱਲਬਾਤ ਹੋਏਗੀ, ਅਸੀਂ ਜ਼ਰੂਰ, ਅਗਰ ਉਹ ਫਿਜ਼ੀਕਲੀ ਸਾਡੇ ਅਪੀਅਰੈਂਸ ਚਾਹਣਗੇ, ਅਸੀਂ ਉਹਨਾਂ ਦੇ ਨਾਲ ਹੈ। ਔਰ ਜਿੱਥੇ ਤੱਕ ਤੁਸੀਂ ਇੱਕ ਸਵਾਲ ਕੀਤਾ ਕਿ ਹਿੰਦੂਆਂ ਵੱਲੋਂ ਉਹਨਾਂ ਨੂੰ ਸਮਰਥਨ ਨਹੀਂ ਹੈ, ਹਿੰਦੂਆਂ ਵੱਲੋਂ ਆਟੋਮੈਟਿਕ ਸਮਰਥਨ ਹੈ, ਕਿਉਂਕਿ ਆੜਤ ਜਿਹੜੀ ਹੈ ਉਹ ਪੂਰੀ ਦੀ ਪੂਰੀ ਤਰੀਕੇ ਦੇ ਨਾਲ ਉਹਨਾਂ ਨਾਲ ਖੜੀ ਹੈ ਔਰ ਆੜਤ ਦੇ ਵਿੱਚ 80% ਹਿੰਦੂ ਸਮਾਜ ਦੇ ਲੋਕ ਨਾਲ ਖੜੇ ਹੈ। ਤੇ ਇਸ ਕਰਕੇ ਕਿਸਾਨ ਅੰਦੋਲਨ ਨਾਲ ਸਾਡਾ ਕੋਈ ਮਤਭੇਦ ਨਹੀਂ ਹੈ, ਪਰ ਕਿਸਾਨ ਅੰਦੋਲਨ ਦੇ ਅੰਦਰ ਜਿਹੜੇ ਕਾਲੀ ਭੇਡਾਂ ਸ਼ਾਮਲ ਹੋ ਗਈਆਂ ਨੇ, ਜਿਹੜੇ ਉਸ ਅੰਦੋਲਨ ਦੀ ਸਫਲਤਾ ਤੋਂ ਆਪਣੇ ਏਜੰਡੇ ਦਾ ਲਾਹਾ ਲੈਣਾ ਚਾਹੁੰਦੀਆਂ, ਖਾਲਿਸਤਾਨ ਪੱਖੀ ਲੋਕਾਂ ਦੀਆਂ ਭਾਵਨਾਵਾਂ ਨੂੰ ਅੰਦੋਲਨ ਦੇ ਆੜ 'ਚ ਭੜਕਾਉਣਾ ਚਾਹੁੰਦੀਆਂ ਨੇ, ਉਸ ਦੀ ਅਸੀਂ ਕੜੀ ਨਿੰਦਾ ਕੀਤੀ ਹੈ। ਅਸੀਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਤੁਹਾਡੇ ਅੰਦੋਲਨ ਦੇ ਨਾਲ ਪੰਜਾਬ ਦਾ ਸਮੂਹ ਭਾਈਚਾਰਾ, ਚਾਹੇ ਉਹ ਹਿੰਦੂ ਹੈ, ਮੁਸਲਿਮ ਹੈ, ਸਿੱਖ ਹੈ, ਉਹ ਸਾਰੇ ਤੁਹਾਡੇ ਨਾਲ ਖੜੇ ਹੈ। ਪਰ ਤੁਸੀਂ ਅਜਿਹੀ ਜਿਹੜੀ ਦੇਸ਼ ਵਿਰੋਧੀ ਤਾਕਤਾਂ ਉਹਨਾਂ ਤੋਂ ਸੁਚੇਤ ਰਹੋ ਔਰ ਤੁਹਾਡੇ ਅੰਦੋਲਨ ਦੇ ਵਿੱਚ ਇਹ ਘੁਸਪੈਠ ਕਰਕੇ ਇਸ ਅੰਦੋਲਨ ਨੂੰ ਤਾਰੋ ਪੇੜੋ ਕਰਨ ਦੀ ਕੋਸ਼ਿਸ਼ ਨਾ ਕਰੋ। ਚਲੋ ਮੈਂ ਚਾਹਣਾ ਤੁਸੀਂ ਨਹੀਂ ਜਾਣਾ, ਮੈਂ ਵੈਸੇ ਗੱਲ ਕਰਾਂ, ਤੁਸੀਂ ਨਹੀਂ ਜਾਣਾ। ਅਸੀਂ ਕਦੇ ਵੀ ਨਹੀਂ ਕਿਹਾ। ਸੁਣੋ, ਲੰਗਰ ਸੇਵਾ ਦਾ ਲੰਗਰ ਸੇਵਾ ਕਿਉਂ ਨਹੀਂ ਸ਼ੁਰੂ ਕਰ ਪਾ ਰਹੇ ਹੋ? ਦੇਖੋ, ਲੰਗਰ ਉਹ ਤਾਂ ਅੰਨਦਾਤਾ ਹੈ, ਉਹ ਤਾਂ ਅੰਨਦਾਤਾ ਹੈ, ਉਹਨੂੰ ਅਸੀਂ ਕੀ ਲੰਗਰ ਖਿਲਾ ਸਕਦੇ ਹਾਂ? ਜਿਹੜਾ ਸ਼ੰਭੂ ਬਾਰਡਰ ਤੇ ਬੈਠਾ ਵਾ, ਹੁਣ ਮੈਂ ਗੱਲ ਕਰਾਂ ਗੁਰੂ ਸਾਹਿਬ ਦਰਬਾਰ ਸਾਹਿਬ ਤੋਂ ਜਿੱਦਾਂ ਲੰਗਰ ਸੇਵਾ ਸ਼ੁਰੂ ਹੋਈ ਹੈ, ਮੈਂ ਆ ਕਹਿਣਾ ਕਿ ਉੱਥੇ ਆਪਣੇ ਮੰਦਿਰਾਂ ਤੋਂ ਕਿਉਂ ਨਹੀਂ ਲੰਗਰ ਜਿਹੜਾ ਜਾ ਰਿਹਾ? ਜਾਂ ਹਿੰਦੂ ਸਮਾਜ ਵੱਲੋਂ ਮੈਂ ਹਿੰਦੂ ਸਮਾਜ ਇਸ ਕਰਕੇ ਕਹਿ ਰਿਹਾ ਕਿ ਹਿੰਦੂ ਸਮਾਜ ਤੇ ਇੱਕ ਦਾਗ ਲੱਗ ਰਿਹਾ, ਹਿੰਦੂ ਸਮਾਜ ਨਹੀਂ ਇਕੱਠਾ ਹੁੰਦਾ। ਮੈਂ ਇਸ ਕਰਕੇ ਗੱਲ ਕਰਦਾ, ਕਿਉਂ ਹਿੰਦੂ ਸਮਾਜ ਇਹਨਾਂ ਨਾਲ ਦੋਹਰਾ ਵਿਵਹਾਰ ਕਰਦਾ ਜਾਂ ਹਿੰਦੂ ਸਮਾਜ ਨਾਲ ਲੋਕ ਦੋਹਰਾ ਵਿਵਹਾਰ ਕਰਦੇ ਨੇ? ਦੇਖੋ, ਗੱਲ ਇਹ ਹੈ, ਜਿਹੜੀ ਲੰਗਰ ਦੀ ਪ੍ਰਥਾ ਹੈ ਬਹੁ ਸੰਖਿਆ ਦੇ ਵਿੱਚ ਗੁਰਦੁਆਰਿਆਂ 'ਚ ਮਸ਼ਹੂਰ ਹੈ ਤੇ ਗੁਰਦੁਆਰੇ ਕਿਸਾਨਾਂ ਨਾਲ ਬਹੁਤ ਬੜੀ ਮਾਤਰਾ 'ਚ ਜੁੜੇ ਹੋਏ ਹੈ ਤੇ ਨੈਚੁਰਲੀ ਹੈ ਕਿ ਗੁਰਦੁਆਰਿਆਂ 'ਚ ਉਹ ਲੰਗਰ ਉਹਨਾਂ ਦੇ ਲਈ ਪਹੁੰਚਿਆ। ਔਰ ਜਿੱਥੇ ਵੀ ਮੰਦਿਰਾਂ 'ਚ ਲੰਗਰ ਦੀ ਵਿਵਸਥਾ ਹੋਏਗੀ, ਜ਼ਰੂਰ ਕਿਸਾਨਾਂ ਦੇ ਲਈ ਮੰਦਿਰਾਂ 'ਚੋਂ ਲੰਗਰ ਜਾਏਗਾ, ਕਿਉਂਕਿ ਸਾਡੇ ਮੰਦਿਰਾਂ ਦੇ ਵਿੱਚ ਲੰਗਰ ਦੀ ਵਿਵਸਥਾ ਬਹੁਤ ਘੱਟ ਹੈ। ਇਸ ਕਰਕੇ ਇਹ ਜਿਹੜੀ ਚੀਜ਼ ਤੁਸੀਂ ਕਹੀ ਹੈ ਉਹ ਪ੍ਰਥਾ ਦੇ ਅਨੁਸਾਰ, ਪ੍ਰਥਾ ਉੱਥੇ ਹੈ ਲੰਗਰ ਦੀ, ਪੰਗਤ ਦੀ, ਇਸ ਕਰਕੇ ਉਹਨਾਂ ਕੋਲ ਪਹੁੰਚੀ ਹੈ। ਔਰ ਜਿੱਥੇ ਸਾਡੇ ਮੰਦਿਰਾਂ 'ਚ ਲੰਗਰ ਦੀ ਵਿਵਸਥਾ, ਜਿੱਥੇ ਕਿਸਾਨਾਂ ਨੂੰ ਜ਼ਰੂਰਤ ਹੈ, ਉਹ ਜ਼ਰੂਰ ਮੰਦਿਰ ਵਾਲੇ ਉਹਨਾਂ ਨੂੰ ਪ੍ਰੋਵਾਈਡ ਕਰਨਗੇ। ਤੇ ਹਿੰਦੂ ਸਿੱਖ ਦਾ ਕੋਈ ਮੁੱਦਾ ਨਹੀਂ। ਕੈਪਟਨ ਸਰਕਾਰ ਨੇ ਜਿਹੜੀ ਕਹਿਤਾ ਕਿ ਕੋਇਲਾ ਘਟ ਗਿਆ ਵਾ, ਬਿਜਲੀ ਨਹੀਂ ਆਊਗਾ, ਕਿਸਾਨਾਂ ਨੂੰ 2 ਘੰਟੇ ਟਿਊਬਵੈੱਲ ਚਲਾਉਣ ਦੀ ਬਿਜਲੀ ਦਿੱਤੀ ਜਾਊਗੀ, ਉਹਦੇ ਵਾਸਤੇ ਕੀ ਕਹੋਗੇ ਤੁਸੀਂ ਕੈਪਟਨ ਸਰਕਾਰ ਨੂੰ? ਦੇਖੋ, ਉਹ 'ਚ ਕਿਸਾਨ ਯੂਨੀਅਨ ਨੇ ਵੀ ਸਪਸ਼ਟ ਕੀਤਾ, ਅੱਜ ਉਹਨਾਂ ਦਾ ਸਟੇਟਮੈਂਟ ਹੈ ਕਿ ਜਿਹੜਾ ਕੋਇਲੇ ਦੀ ਗੱਲ ਕਰ ਰਹੇ, ਝੂਠੀ ਗੱਲ ਕਰ ਰਹੇ। 2 ਰਿਪੋਰਟਾਂ ਮੀਡੀਆ 'ਚ ਆਈਆਂ। ਇੱਕ ਤਾਂ ਉਹਨਾਂ ਨੇ ਕਿਹਾ ਵੀ ਜਿਹੜਾ ਕੋਇਲਾ ਹੈ 9 ਦਿਨਾਂ ਲਈ ਹੈਗਾ ਇਹਦੇ, ਔਰ ਦੂਸਰਾ ਇੱਕ ਰਿਪੋਰਟ ਆਈ ਹੈ ਕਿ ਪਹਿਲੇ ਤਾਂ ਬਿਜਲੀ ਦੀ ਖਪਤ ਹੀ ਘਟ ਗਈ ਹੈ, ਮੰਗ ਹੀ ਘਟ ਗਈ ਹੈ। ਔਰ ਕਿਸਾਨ ਯੂਨੀਅਨ ਨੇ ਵੀ ਪੋਜ਼ਿਟਿਵਿਟੀ ਕਹੀ ਹੈ ਕਿ ਸਾਡੀ ਜਿਹੜੀ ਅਗਲੀ ਮੀਟਿੰਗ ਹੋਣ ਵਾਲੀ ਹੈ 15 ਤਰੀਕ ਨੂੰ, ਉਹਦੇ 'ਚ ਅਸੀਂ ਵਿਚਾਰ ਕਰਾਂਗੇ। ਔਰ ਉਹਨਾਂ ਨੇ, ਕਿਸਾਨ ਯੂਨੀਅਨ ਨੇ ਇੱਕ ਬੜਾ ਸੁਚੱਜਾ ਫੈਸਲਾ ਲਿਆ ਕਿ ਮੰਤਰੀਆਂ ਦਾ ਸਮੂਹ ਜਾਂ ਮੰਤਰੀ ਮੰਡਲ ਦਾ ਕੋਈ ਮੰਤਰੀ ਜਿਹਦੀ ਡਿਊਟੀ ਲੱਗੇ, ਅਗਰ ਉਹ ਗੱਲ ਕਰੇ ਤਾਂ ਕਿਸਾਨ ਯੂਨੀਅਨ ਨੇ ਕਿਹਾ ਕਿ ਅਸੀਂ ਗੱਲਬਾਤ ਦੇ ਦਰਵਾਜ਼ੇ ਖੋਲੇ ਹੋਏ। ਤੁਸੀਂ ਕਦੋਂ ਜਾਓਗੇ? ਮੈਨੂੰ ਇੱਕ ਜਵਾਬ ਦੇ ਦਿਓ, ਬਸ ਆਹੀ ਜਵਾਬ ਦੇ ਮਗਰ ਮੈਂ ਤੁਹਾਡੇ ਕੋਲ ਪਿਆ। ਤੁਸੀਂ ਕਦੋਂ ਕੂਚ ਕਰੋਗੇ? ਪਵਨ ਗੁਪਤਾ ਜੀ ਆਪਣੀ ਪੂਰੀ ਲੀਡਰਸ਼ਿਪ ਨੂੰ ਲੈ ਕੇ ਕਦੋਂ ਕੂਚ ਕਰ ਰਹੇ ਨੇ, ਜਾਂ ਲਾਡੋਵਾਲ ਸ਼ੰਭੂ ਬਾਰਡਰ? ਇੱਕ ਤੇ ਦੱਸੋ। ਦੇਖੋ, ਸਾਡੇ ਦਾ ਘਨੌਰ ਕੋਲ ਵੀ ਧਰਨਾ ਲੱਗਿਆ ਹੋਇਆ, ਸਾਡੇ ਬਿਲਕੁਲ ਨਜ਼ਦੀਕ ਧਰਨੇ ਲੱਗੇ ਹੋਏ ਆ। ਕਿਸਾਨ ਯੂਨੀਅਨ ਦੇ ਨਾਲ ਸੰਪਰਕ ਦੇ ਵਿੱਚ ਅਸੀਂ ਹੈਗੇ। ਜਿਵੇਂ ਉਹ ਸਾਨੂੰ ਇਹ ਕਹਿ ਦਿੰਦੇ ਹੈਗੇ, ਕਿਸਾਨ ਯੂਨੀਅਨ ਕਹਿ ਦਿੰਦੀ ਹੈ ਕਿ ਤੁਸੀਂ ਫਿਜ਼ੀਕਲੀ ਫਲਾਣੀ ਜਗ੍ਹਾ ਤੇ ਆ ਸਕਦੇ ਹੋ, ਤੁਹਾਡਾ ਸਵਾਗਤ ਹੈ, ਉਸੇ ਦਿਨ ਅਸੀਂ ਉਸ ਧਰਨੇ ਦੇ ਵਿੱਚ ਆਪਣੀ ਫਿਜ਼ੀਕਲੀ ਵਿਅਕਤੀਗਤ ਰੂਪ ਦੇ ਵਿੱਚ ਅਸੀਂ ਆਪਣੀ ਸ਼ਮੂਲੀਅਤ ਦੇਵਾਂਗੇ। ਜਿਹੜਾ ਸਾਡਾ ਵਰਕਰ ਹੈ ਪੇਂਡੂ ਖੇਤਰ ਨਾਲ ਜੁੜਿਆ ਹੋਇਆ ਹੈ ਔਰ ਸਿਧਾਂਤਕ ਰੂਪ 'ਚ ਅਸੀਂ ਉਸ ਅੰਦੋਲਨ ਨਾਲ ਜੁੜੇ ਹੋਏ ਹਾਂ। ਇਹ ਸਨ ਸਾਡੇ ਨਾਲ ਪਵਨ ਗੁਪਤਾ ਜੀ, ਸ਼ਿਵ ਸੈਨਾ ਹਿੰਦੁਸਤਾਨ ਤੋਂ ਜਿਹੜੇ ਪ੍ਰਮੁੱਖ ਹੈਗੇ ਨੇ। ਲੇਕਿਨ ਇਹਨਾਂ ਨੇ ਇੱਕੋ ਸਵਾਲ ਬਾਰ-ਬਾਰ ਪੁੱਛਿਆ ਰਿਹਾ, ਕਦੋਂ ਜਾਓਗੇ? ਇਹਨਾਂ ਦਾ ਇੱਕੋ ਜਵਾਬ ਹੈਗਾ, ਜਦੋਂ ਸਾਨੂੰ ਜਿਹੜੇ ਜਥੇਬੰਦੀਆਂ ਹੈਗੀਆਂ ਉਹਨਾਂ ਵੱਲੋਂ ਕੋਈ ਨਿਯੋਤਾ ਆਊਗਾ ਅਸੀਂ ਤਾਂ ਹੀ ਜਾਵਾਂਗੇ। ਜਥੇਬੰਦੀਆਂ ਨਿਯੋਤਾ ਕਿਉਂ ਦੇਣਗੀਆਂ? ਜਥੇਬੰਦੀਆਂ ਤਾਂ ਕਹਿੰਦੀਆਂ ਖੁੱਲਾ ਹੈਗਾ, ਜਦੋਂ ਮਰਜ਼ੀ ਜਿਹੜੀ ਮਰਜ਼ੀ ਧਰਮ ਦਾ ਜਿਹੜਾ ਲੋਕ ਜਿਹੜੇ ਹੈਗੇ ਨੇ ਇੱਥੇ ਆ ਸਕਦੇ ਨੇ, ਸਪੋਰਟ ਕਰ ਸਕਦੇ ਨੇ। ਬਾਰ-ਬਾਰ ਪਵਨ ਗੁਪਤਾ ਜੀ ਘੁਮਾ ਕੇ ਗੱਲ ਕਰਦੇ ਨੇ, ਜਵਾਬ ਤੇ ਨਹੀਂ ਆਉਂਦੇ ਨੇ। ਜਵਾਬ ਤੇ ਕਿਉਂ ਨਹੀਂ ਆਉਂਦੇ ਨੇ? ਇਸ ਕਰਕੇ ਨਹੀਂ ਆਉਂਦੇ, ਜੋ ਕਾਂਗਰਸ ਸਰਕਾਰ ਦੇ ਬੋਲਣਗੇ ਤਾਂ ਕਾਂਗਰਸ ਸਰਕਾਰ ਕਹੂਗੀ ਕਿ ਹੁਣ ਤੁਹਾਡਾ ਸਾਨੂੰ ਸਮਰਥਨ ਨਹੀਂ ਚਾਹੀਦਾ, ਤੁਸੀਂ ਕਾਂਗਰਸ ਸਰਕਾਰ ਦੇ ਐਂਟੀ ਹੋਏ ਹੋ। ਜਦੋਂ ਕਾਲੀਆਂ ਦੇ ਖਿਲਾਫ ਬੋਲਣਗੇ, ਕਾਲੀ ਕਹਿਣਗੇ ਅਸੀਂ ਤੁਹਾਨੂੰ ਸਮਰਥਨ ਤੁਹਾਡਾ ਵੀ ਨਹੀਂ ਚਾਹੀਦਾ ਕਿਉਂਕਿ ਤੁਸੀਂ ਸਾਡੇ ਖਿਲਾਫ ਬੋਲਿਓ। ਕਿਤੇ ਨਾ ਕਿਤੇ ਜਿਹੜਾ ਪਾਰਟੀ ਬਾਜੀ ਦਾ ਇੱਕ ਗੱਲ ਕੀਤੀ ਹੋਵੇ ਉਹ ਹੈਗਾ। ਇਸ ਕਰਕੇ ਪਵਨ ਗੁਪਤਾ ਜੀ ਕੋਈ ਵੀ ਗੱਲ ਜਿਹੜੀ ਹੈਗੀ ਸਹੀ ਤਰੀਕੇ ਨਾਲ ਸਾਫ਼ ਸੁਥਰੀ ਨਹੀਂ ਕਰ ਸਕੇ ਨੇ, ਗੋਲ-ਮੋਲ ਗੱਲਾਂ ਕੀਤੀਆਂ ਨੇ। ਹੁਣ ਦੇਖਦੇ ਪਵਨ ਗੁਪਤਾ ਜੀ ਸ਼ੰਭੂ ਬਾਰਡਰ ਜਾਂ ਲਾਡੋਵਾਲ ਜਾਂ ਹੋਰ ਵੀ ਪੰਜਾਬ ਦੇ ਸੂਬਿਆਂ ਦੇ ਵਿੱਚ ਧਰਨੇ ਲੱਗੇ ਨੇ, ਉੱਥੇ ਕਦੋਂ ਪਹੁੰਚਦੇ ਨੇ। ਲੁਧਿਆਣਾ ਦੀਪਕ ਦੇ ਨਾਲ ਮੈਂ ਵਿਸ਼ਾਲ ਕਪੂਰ, ਰੋਜ਼ਾਨਾ ਸਪੋਕਸਮੈਨ ਟੀਵੀ।